ਡਾਇਬਟੀਜ਼ ਦੇ ਵਿੱਚ ਵੀ ਬੜੀਆਂ ਸਟੇਜਿਸ ਆਉਂਦੀਆਂ ਨੇ ਜਦੋਂ ਸਾਨੂੰ ਦਵਾਈ ਵਧਾਉਣੀ ਪੈਂਦੀ ਹੈ ਤੇ ਘਟਾਉਣੀ ਪੈਂਦੀ ਹੈ। ਉਹਨਾਂ ਬਾਰੇ ਦੱਸੋ, ਉਸ ਚੀਜ਼ ਨੂੰ ਲੈ ਕੇ ਲੋਕਾਂ 'ਚ ਬਹੁਤ ਦੁਚੁੱਤੀ ਹੈ ਕਿ ਉਹ ਕਿਵੇਂ ਹੱਲ ਕੀਤੀ ਜਾਏ। ਰਸ ਖਾਣ ਨਾਲ ਸ਼ੂਗਰ ਵੱਧਦੀ। ਅੱਛਾ, ਜਿਹੜਾ ਵੀ ਰਸ ਖਾਂਦਾ ਡਬਲ ਰੋਟੀ ਨਹੀਂ ਖਾਣੀ, ਉਹਦੀ ਬਜਾਏ ਘਰ ਪਰਾਠਾ ਬਣਾ ਕੇ ਖਾਓ। ਜੇ ਦਵਾਈ ਵੀ ਕੋਈ ਦੇਤੀ ਤੇ ਉਹਦੇ ਵਿੱਚੋਂ ਵੀ ਆਪਣੀ ਮਰਜ਼ੀ ਦੇ ਨਾਲ ਕਈ ਵਾਰੀ ਲੈ ਲੈਣੀ ਤੇ ਕਈ ਵਾਰੀ ਮਰਜ਼ੀ ਦੇ ਨਾਲ ਉਹ ਨਹੀਂ ਮੈਨੂੰ ਪਤਾ ਹੈ ਮੈਂ ਕੀ ਕਰਨਾ, ਉੱਦਾਂ ਕਹਿ ਕੇ ਤੇ ਫਿਰ ਆਪਣੇ ਤਰੀਕੇ ਨਾਲ ਖਾ ਲੈਣਾ। ਹੁਣ ਤਾਂ ਵੈਸੇ ਹੀ ਅੰਦਾਜ਼ਾ ਹੋ ਜਾਂਦਾ, ਬੰਦਾ ਦੇਖ ਕੇ ਉਹਦੀਆਂ ਅੱਖਾਂ ਪੜ੍ਹ ਕੇ ਪਤਾ ਲੱਗ ਜਾਂਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਜੋਗਰਾਜ ਸਿੰਘ ਕਾਲੋਂ ਤੇ ਅੱਜ ਪ੍ਰਾਈਮ ਹੈਲਥ ਪ੍ਰੋਗਰਾਮ 'ਚ ਸਾਡੇ ਨਾਲ ਡਾਕਟਰ ਮੁਰਤਜ਼ਾ ਇੱਕ ਵਾਰੀ ਫਿਰ ਤੋਂ ਜੁੜ ਚੁੱਕੇ ਨੇ। ਡਾਕਟਰ ਸਾਹਿਬ ਨੂੰ ਪਹਿਲਾਂ ਨਾਲ ਜੋੜਦੇ ਹਾਂ ਤੇ ਫਿਰ ਅੱਜ ਦੇ ਟੌਪਿਕ ਦੇ ਉੱਤੇ ਆਉਂਦੇ ਸਿੱਧਾ ਆਪਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਤੁਹਾਡਾ ਜੀ। ਕੀ ਹਾਲ ਹੈ ਜੀ? ਬਹੁਤ ਵਧੀਆ, ਕਿਰਪਾ ਜੀ। ਤੁਸੀਂ ਦੱਸੋ ਤੁਹਾਡੇ ਹਾਲੇ ਚਾਲੇ? ਕਿਰਪਾ ਕਿਰਪਾ ਇਹਦਾ ਕੀ ਮਤਲਬ ਹੈ? ਕਿਰਪਾ ਹੈ ਵੀ ਉਹਦੀ ਰਜ਼ਾ ਹੈ, ਹਾਂ, ਉਹਦੀ ਰਹਿਮਤ ਹੈ, ਉਹਦੀ ਦਇਆ ਹੈ, ਵਾਹ ਵਾਹ, ਉਹਦੀ ਉਹ ਸਾਰੀਆਂ ਚੀਜ਼ਾਂ ਦਾ ਸੁਮੇਲ ਹੈ ਵੀ ਉਹਦੀ ਕਿਰਪਾ ਹੈ। ਸਭ ਕੁਝ ਹੋਈ ਹੈ, ਬਸ ਮੈਂ ਨਾ ਹੀ ਸਭ ਤੋਂ। ਬਿਲਕੁਲ ਠੀਕ ਹੈ ਜੀ। ਡਾਕਟਰ ਸਾਹਿਬ ਅੱਜ ਆਪਾਂ ਜਿਹੜੀ ਗੱਲ ਕਰਨੀ ਆ, ਪਹਿਲਾਂ ਮੈਂ ਉਹਦੇ ਬਾਰੇ ਦੱਸ ਦੇਵਾਂ ਵੀ ਆਪਾਂ ਡਾਕਟਰ ਕੋਲ ਜਾਣ ਦਾ ਮੁੱਖ ਕਾਰਨ ਇਹ ਹੁੰਦਾ ਵੀ ਸਾਡੇ ਪ੍ਰੋਬਲਮ ਸਰੀਰ ਦੇ ਵਿੱਚ ਆਈ ਜਦੋਂ ਵੀ ਕੋਈ ਤੰਗੀ ਆਉਂਦੀ ਆ, ਜਦੋਂ ਤੁਸੀਂ ਕਹਿੰਦੇ ਹੋ ਵੀ ਅਸੀਂ ਜਦੋਂ ਦੀ ਰਜ਼ਾ ਦੇ ਉਲਟ ਜਾਂਦੇ ਆ ਫਿਰ ਅਸੀਂ ਡਾਕਟਰ ਕੋਲ ਆਉਂਦੇ ਆ। ਜਦੋਂ ਡਾਕਟਰ ਦੇ ਕੋਲ ਆਏ ਤੇ ਫਿਰ ਡਾਕਟਰ ਸਾਡਾ ਟੈਸਟ ਕਰਕੇ ਸਾਨੂੰ ਦਵਾਈਆਂ ਲਿਖ ਦਿੰਦੇ ਨੇ ਜਾਂ ਸਾਨੂੰ ਇਲਾਜ ਪਰਹੇਜ਼ ਉਹ ਸਾਰਾ ਕੁਝ ਦੱਸ ਦਿੰਦੇ ਨੇ। ਫਿਰ ਅਸੀਂ ਕੁਝ ਗੱਲਾਂ ਮੰਨਦੇ ਆ ਤੇ ਕੁਝ ਗੱਲਾਂ ਨਹੀਂ ਮੰਨਦੇ। ਸਾਨੂੰ ਐਜ਼ ਇਟ ਇਜ਼ ਜੋ ਡਾਕਟਰ ਕਹਿੰਦਾ ਬੰਦਾ ਨਹੀਂ ਗੱਲ ਮੰਨਦਾ। ਫਿਰ ਵੀ ਇਹਦੇ ਵਿੱਚ ਆਪਣੀ ਡਾਕਟਰੀ ਜ਼ਰੂਰ ਹਰ ਇੱਕ ਨੇ ਵਾੜਨੀ ਹੁੰਦੀ ਆ। ਜੇ ਦਵਾਈ ਵੀ ਕੋਈ ਦੇਤੀ ਤੇ ਉਹਦੇ ਵਿੱਚੋਂ ਵੀ ਆਪਣੀ ਮਰਜ਼ੀ ਦੇ ਨਾਲ ਕਈ ਵਾਰੀ ਲੈ ਲੈਣੀ ਤੇ ਕਈ ਵਾਰੀ ਮਰਜ਼ੀ ਦੇ ਨਾਲ ਉਹ ਨਹੀਂ ਮੈਨੂੰ ਪਤਾ ਹੈ ਮੈਂ ਕੀ ਕਰਨਾ, ਉੱਦਾਂ ਕਹਿ ਕੇ ਤੇ ਫਿਰ ਆਪਣੇ ਤਰੀਕੇ ਨਾਲ ਖਾ ਲੈਣਾ। ਪੀਣ ਵਾਲੀ ਦਵਾਈ ਕਈ ਵਾਰੀ ਕਿਸੇ ਨੂੰ ਥੋੜੀ ਦੇਣੀ ਤੇ ਪੀ ਬਹੁਤੀ ਲੈਣੀ ਵੀ ਕਿਤੇ ਜਲਦੀ ਗਲਾ ਠੀਕ ਹੋ ਜਾਊਗਾ, ਜਲਦੀ ਮੇਰੀ ਸਮੱਸਿਆ ਹੱਲ ਹੋ ਜਾਰੀ ਦਵਾਈ ਖਾਂਦਿਆਂ। ਸੋ ਇੱਦਾਂ ਹੀ ਬੜੀਆਂ ਪ੍ਰੋਫੈਸ਼ਨਸ ਦੇ ਵਿੱਚ ਇਸ ਚੀਜ਼ ਦੀਆਂ ਬੜੀਆਂ ਬਿਮਾਰੀਆਂ ਦੇ ਵਿੱਚ ਇਸ ਦੀਆਂ ਤੰਗੀਆਂ ਹੁੰਦੀਆਂ ਨੇ। ਆਪਾਂ ਡਾਇਬਟੀਜ਼ ਦੀ ਅੱਜ ਇੱਕ ਸਪੈਸੀਫਿਕਲੀ ਗੱਲ ਕਰਨੀ ਆ ਕਿ ਡਾਇਬਟੀਜ਼ ਦੇ ਵਿੱਚ ਵੀ ਬੜੀਆਂ ਸਟੇਜਿਸ ਆਉਂਦੀਆਂ ਨੇ ਜਦੋਂ ਸਾਨੂੰ ਦਵਾਈ ਵਧਾਉਣੀ ਪੈਂਦੀ ਹੈ ਤੇ ਘਟਾਉਣੀ ਪੈਂਦੀ ਹੈ। ਉਹਨਾਂ ਬਾਰੇ ਦੱਸੋ, ਉਸ ਚੀਜ਼ ਨੂੰ ਲੈ ਕੇ ਲੋਕਾਂ 'ਚ ਬਹੁਤ ਦੁਚੁੱਤੀ ਹੈ ਕਿ ਉਹ ਕਿਵੇਂ ਹੱਲ ਕੀਤੀ ਜਾਏ। ਕਿਹੜੀ ਸਟੇਜ ਤੇ ਜਾ ਕੇ ਦਵਾਈ ਵਧਾਉਣੀ ਪੈਂਦੀ ਹੈ ਤੇ ਕਿਹੜੀ ਸਟੇਜ ਤੇ ਜਾ ਕੇ ਦਵਾਈ ਘਟਾਉਣੀ ਪੈਂਦੀ ਹੈ? ਜੋਗਰਾਜ ਜੀ, ਜਿਹੜੀ ਸਾਡੀ ਦਵਾਈ ਦੀ ਗੱਲ ਹੈ ਨਾ, ਜਦੋਂ ਤੱਕ ਸ਼ੂਗਰ ਦੀ ਦਵਾਈ, ਉਹ ਤੇ 99% ਘਟਾਉਣੀ ਹੀ ਪੈਂਦੀ ਹੈ। 99 ਵੀ ਨਹੀਂ, 99.9%। ਅੱਛਾ, ਉਹ ਤੇ ਘਟਾਉਣੀ ਹੀ ਪੈਂਦੀ ਹੈ। ਉਹ ਬਸ ਘਟਾਉਣੀ ਥੋੜ੍ਹੀ ਜਿਹੀ ਟੈਕਨੀਕਲੀ ਪੈਂਦੀ ਹੈ। ਕਿਵੇਂ? ਉਹ ਇਸ ਤਰ੍ਹਾਂ ਕਿ ਜਿਹੜੀਆਂ ਬਾਕੀ ਦਵਾਈਆਂ ਨੇ ਨਾ, ਜਿੰਨੀਆਂ ਵੀ ਆ, ਸ਼ੂਗਰ ਦੀ ਗੱਲ ਹੀ ਕਰਦੇ ਹਾਂ ਆਪਾਂ ਅੱਜ, ਸ਼ੂਗਰ ਦੀ ਜਿੰਨੀਆਂ ਵੀ ਬਾਕੀ ਦਵਾਈਆਂ ਨੇ ਉਹ ਸਾਰੀਆਂ ਵਿਦ ਪੈਸੇਜ ਆਫ ਟਾਈਮ ਇਨਕਰੀਜ਼ ਕਰਨੀਆਂ ਪੈਂਦੀਆਂ, ਵਧਾਉਣੀਆਂ ਪੈਂਦੀਆਂ, ਕਿਉਂਕਿ ਉਹ ਤੁਹਾਡੀ ਬਾਡੀ ਉਹਦੇ ਨਾਲ ਫੈਮਿਲੀਅਰ ਹੋ ਜਾਂਦੀ ਹੈ, ਤੁਹਾਡਾ ਇਮਿਊਨ ਸਿਸਟਮ ਉਹਦੇ ਨਾਲ ਬਲੌਕ ਹੋ ਜਾਂਦਾ। ਜਦੋਂ ਉਹ ਲੌਕ 'ਤੇ ਜਾਂਦਾ ਨਾ ਉਸ ਦਵਾਈ ਨਾਲ, ਤੇ ਫਿਰ ਤੁਹਾਨੂੰ ਉਹਦੀ ਨੈਕਸਟ ਜਨਰੇਸ਼ਨ ਖਾਣੀ ਪੈਂਦੀ ਹੈ ਜਾਂ ਉਸੇ ਦੀ ਹੀ ਡੋਜ਼ ਇਨਕਰੀਜ਼ ਕਰਨੀ ਪੈਂਦੀ ਹੈ ਅਤੇ ਉਹ ਦਵਾਈਆਂ 'ਤੇ ਵਧਾਉਣੀਆਂ ਪੈਂਦੀਆਂ। ਫਿਰ ਇੱਕ ਟਾਈਮ ਐਸਾ ਆ ਜਾਂਦਾ ਜਦੋਂ ਤੁਸੀਂ ਉਹ ਸਾਰੀਆਂ ਦਵਾਈਆਂ ਅਜ਼ਮਾ ਚੁੱਕੇ ਹੁੰਦੇ ਹੋ, ਉਹਦੀ ਕੁਆਂਟਿਟੀ ਵੀ ਬਹੁਤ ਵਧਾ ਚੁੱਕੇ ਹੁੰਦੇ ਹੋ। ਹੁਣ ਤੁਹਾਡੇ ਕੋਲ ਉਹ ਗੋਲੀਆਂ ਖਾ ਕੇ ਤੁਹਾਡੇ ਕੋਲ ਹੱਲ ਨਹੀਂ ਹੈ ਸ਼ੂਗਰ ਘਟਾਉਣ ਦਾ, ਤੁਸੀਂ ਇਨਸੂਲਿਨ 'ਤੇ ਚਲੇ ਜਾਂਦੇ ਹੋ। ਅੱਛਾ, ਇਹ ਮੈਂ ਗੱਲ ਕਰ ਰਿਹਾ ਦੂਸਰੇ ਸਿਸਟਮਸ ਦੀ। ਜਿਹੜੀ ਸਾਡੀ ਦਵਾਈ ਹੈ ਨਾ ਸ਼ੂਗਰ ਵਾਲੀ, ਉਹ ਤਾਂ ਜਿੱਥੋਂ ਅਸੀਂ ਸ਼ੁਰੂ ਕਰਾਉਂਦੇ ਹਾਂ ਤਾਂ ਹੋ ਹੀ ਨਹੀਂ ਸਕਦਾ ਕਿ ਉੱਥੋਂ ਘਟੇ ਨਾ। ਅੱਛਾ, ਉਹ ਤੁਸੀਂ ਸਿਖਰ ਤੋਂ ਮਤਲਬ ਸ਼ੁਰੂ ਕਰਦੇ ਹੋ ਤੇ ਉਸ ਤੋਂ ਬਾਅਦ ਢਲਾਣੀ ਹੈ? ਜਿੱਥੋਂ ਵੀ ਸ਼ੁਰੂ ਕਰਨੀ ਹੈ। ਕਿਸੇ ਦੀ ਫਸਟ ਸਟੇਜ ਤੋਂ ਸ਼ੁਰੂ ਹੁੰਦੀ ਹੈ, ਕਿਸੇ ਦੀ ਸੈਕੰਡ ਸਟੇਜ ਤੋਂ ਸ਼ੁਰੂ ਹੁੰਦੀ, ਕਿਸੇ ਦੀ ਥਰਡ ਤੋਂ ਹੀ ਸ਼ੁਰੂ ਹੁੰਦੀ, ਕਿਸੇ ਦੀ ਡਾਇਰੈਕਟ ਅਸੀਂ ਫੋਰਥ ਸਟੇਜ ਤੋਂ ਸ਼ੁਰੂ ਕਰਦੇ ਹਾਂ, ਉਹਨੂੰ ਵੀ ਘਟਾਉਣਾ ਪੈਂਦਾ। ਅੱਛਾ, ਯਾਨੀ ਜਿਹੜੀ ਵੀ ਸਟੇਜ ਤੋਂ ਸ਼ੁਰੂ ਕਰੋਗੇ ਉਸ ਤੋਂ ਨੀਚੇ ਨੂੰ ਹੀ ਆਉਣਾ। ਪਹਿਲੇ ਤਾਂ ਉਹਦੀ ਉਹ ਸਟੇਜ ਜੱਜ ਕਰੀਦੀ ਹੈ ਨਾ। ਜਦੋਂ ਕੋਈ ਸ਼ਖਸ ਸਾਡੇ ਕੋਲ ਆਉਂਦਾ ਹੈ, ਮੇਰੇ ਨਾਲ ਗੱਲ ਕਰਨ ਦਾ ਉਹਨੂੰ ਫਾਇਦਾ ਇਹ ਹੁੰਦਾ ਹੈ ਕਿ ਮੈਂ ਉਹਨੂੰ ਡਿਟੈਕਟ ਕਰਦਾ ਕਿ ਕਿਹੜੀ ਸਟੇਜ 'ਤੇ ਖੜ੍ਹਾ। ਇਹਦਾ ਪੈਂਕਰੀਆਜ਼ ਕਿੰਨੇ ਪਰਸੈਂਟ ਹੈ? 50% ਹੈ ਇਸ ਟਾਈਮ, 60% ਹੈ, 70% ਹੈ ਜਾਂ 40% ਹੈ ਜਾਂ ਬਹੁਤ ਲੋ ਹੈ। ਉਹ ਜਦੋਂ ਉਹਦੀ ਡਿਟੈਕਸ਼ਨ ਹੋ ਜਾਂਦੀ ਹੈ ਨਾ, ਉਹਦਾ ਪਤਾ ਲੱਗ ਜਾਂਦਾ, ਇੱਕ ਆਈਡੀਆ ਹੋ ਜਾਂਦਾ ਸਾਨੂੰ। ਹੁਣ ਇੰਨੇ ਸਾਲ ਹੋ ਗਏ ਜੋਗਰਾਜ ਜੀ, 22 ਸਾਲ ਹੋ ਗਏ, ਬਲਕਿ ਜ਼ਿਆਦਾ ਹੀ ਹੋ ਗਏ ਉਹਨੇ।
ਸ਼ੂਗਰ ਦੀ ਦਵਾਈ ਨਾਲ। ਤੇ ਹੁਣ ਤਾਂ ਵੈਸੇ ਹੀ ਅੰਦਾਜ਼ਾ ਹੋ ਜਾਂਦਾ, ਬੰਦਾ ਦੇਖ ਕੇ ਉਹਦੀਆਂ ਅੱਖਾਂ ਪੜ੍ਹ ਕੇ ਪਤਾ ਲੱਗ ਜਾਂਦਾ। ਤੇ ਕਈ ਵਾਰੀ ਬੰਦੇ ਨੂੰ ਬੋਲਣ ਦੀ ਵੀ ਲੋੜ ਨਹੀਂ ਪੈਂਦੀ। ਕਈ ਬੰਦੇ ਤਾਂ ਸਾਡੇ ਨਾਲ ਲੜ ਪੈਂਦੇ ਆ ਕਿ ਇਹ ਕਿਵੇਂ ਹੋ ਸਕਦਾ ਕਿ ਡਾਕਟਰ ਨੂੰ ਦੱਸਣਾ ਨਾ ਪਵੇ। ਮੈਂ ਕਿਹਾ ਯਾਰ ਤੁਸੀਂ ਹੁਣ ਹਿੱਲੇ ਹੋਏ ਹੋ ਉਹਨਾਂ ਡਾਕਟਰਾਂ ਦੇ, ਹੁਣ ਤੁਹਾਨੂੰ ਕੀ ਦੱਸੀਏ ਕਿ ਸਾਨੂੰ ਕਈ ਵਾਰੀ ਨਹੀਂ ਦੱਸਣਾ ਪੈਂਦਾ। ਉਹ ਤੁਹਾਡਾ ਪੁਰਾਣੇ ਹਕੀਮਾਂ ਦੇ ਨਾਲ ਵਾਹ ਪਿਆ, ਇਦਾਂ ਹੀ ਹੋਣਾ ਹੈ। ਨਹੀਂ, ਪੁਰਾਣੇ ਸਮੇਂ 'ਚ ਸੱਚ ਦੱਸਦੇ ਸੀ ਵੀ ਜਿਹੜੇ ਹਕੀਮ ਉਹ ਨਬਜ਼ ਵੇਖ ਕੇ ਕਿ ਬੰਦੇ ਦਾ ਮੱਥਾ ਪੜ੍ਹ ਕੇ ਦੱਸ ਦਿੰਦੇ ਸੀ ਬਿਮਾਰੀ ਕੀ ਹੈ। ਹਕੀਮ ਤੇ ਨਹੀਂ ਹੈ ਅਸੀਂ, ਲੇਕਿਨ ਕੋਈ ਬਸ ਰੱਬ ਦਾ ਕਰਮ ਆ। ਉਹ ਜਿਹੜੀ ਗੱਲ ਤੁਸੀਂ ਸ਼ੁਰੂ ਕੀਤਾ ਕਿ ਸਭ ਉਹ ਹੀ ਹੈ, ਅਸੀਂ ਤਾਂ ਕੁਝ ਨਹੀਂ ਹੈ, ਮੈਂ ਨਾ ਹੀ ਸਭ ਤੋਂ। ਉਹ ਜਦੋਂ ਜਿਹੜੀ ਸਟੇਜ ਤੋਂ ਉਹਨੂੰ ਦਵਾਈ ਸ਼ੁਰੂ ਕਰਾਈ, ਸਾਡੀ ਯੂਜੂਅਲੀ ਦਵਾਈ ਹੁੰਦੀ ਹੈ 6 ਘੰਟੇ ਬਾਅਦ ਲੈਣੀ ਹੈ ਤੁਸੀਂ ਇੱਕ ਡੋਜ਼। ਓਕੇ। ਜੇ ਅਗਰ ਮੈਂ ਦੇਖਿਆ ਕਿ ਇਹਦਾ ਪੈਂਕਰੀਆਜ਼ ਹਾਲੇ ਥੋੜ੍ਹਾ ਜਿਹਾ ਜ਼ਿਆਦਾ ਅਲਾਈਵ ਹੈ, ਫਿਰ ਉਹਨੂੰ 6 ਘੰਟੇ ਬਾਅਦ ਨਹੀਂ ਦਿੰਦੇ। ਉਹ ਤਾਂ 4 ਹੋ ਗਈਆਂ ਨਾ, ਜਦੋਂ 6 ਘੰਟੇ ਬਾਅਦ ਦਿਓਗੇ 24 ਘੰਟਿਆਂ 'ਚ 6 ਵਜੇ 12 ਵਜੇ 6 ਵਜੇ ਰਾਤ 11 ਜਾਂ 12 ਵਜੇ ਸੌਣ ਲੱਗਿਆ, 4 ਹੋ ਗਈਆਂ। ਮੈਂ ਦੇਖਿਆ ਕਿ ਇਹਦਾ ਪੈਂਕਰੀਆਜ਼ ਬੈਟਰ ਹੈ, ਜਿਹਨੂੰ ਆਪਾਂ ਲਬਾ ਕੇ ਨੇ, ਜਿਹਦੀ ਵਜ੍ਹਾ ਤੋਂ ਸ਼ੂਗਰ ਹੁੰਦੀ ਹੈ। ਇਹ ਹਲੇ ਬੈਟਰ ਕੰਡੀਸ਼ਨ 'ਚ, ਇਹਨੂੰ ਸੈਕੰਡ ਸਟੇਜ ਤੋਂ ਦਵਾਈ ਸ਼ੁਰੂ ਕਰਾਓ। ਬਹੁਤ ਸਾਡੇ ਸੁਣਨ ਵਾਲੇ ਪੇਸ਼ੈਂਟਸ ਉਹ ਜਾਣਦੇ ਹੋਣਗੇ, ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਮੈਂ ਸੈਕੰਡ ਸਟੇਜ ਤੋਂ ਸ਼ੁਰੂ ਕਰਾਈ, ਉਹ 8-8 ਘੰਟੇ ਤੇ ਆ। ਅੱਛਾ, ਯਾਨੀ ਜਿਵੇਂ 6 ਵਜੇ 3 ਹੋ ਗਿਆ, 3 ਹੋ ਗਿਆ, ਇੱਕ ਗੋਲੀ ਸਕਿਪ ਕਰਤੀ, ਇੱਕ ਸਟੇਜ ਸਕਿਪ ਹੋ ਗਈ। ਮੈਂ ਨੋਟ ਕੀਤਾ ਕਿ ਇਹਦਾ ਪੈਂਕਰੀਆਜ਼ ਪਹਿਲੀ ਸਟੇਜ ਤੇ ਦਵਾਈ ਲੈਣ ਦੇ ਕਾਬਿਲ ਨਹੀਂ ਹੈਗਾ, ਇਹਦੀ ਸ਼ੂਗਰ ਲੋ ਹੋ ਜਾਏਗੀ, ਇਹਨੂੰ ਸੈਕੰਡ ਸਟੇਜ ਤੋਂ ਸ਼ੁਰੂ ਕਰਾਓ। ਓਕੇ। ਸ਼ੁਰੂ ਹੀ ਸੈਕੰਡ ਸਟੇਜ ਤੋਂ ਕਰਾਈ। 8-8 ਘੰਟੇ ਬਾਅਦ 6 ਵਜੇ, ਜਿਵੇਂ ਮਿਸਾਲ ਦੇਣਾ 6 ਦੀ ਬਜਾਏ 4 ਵੀ ਹੋ ਸਕਦੀ ਹੈ, 8 ਵਜੇ ਵੀ ਹੋ ਸਕਦੀ ਹੈ, 7 ਵਜੇ, 6 ਵਜੇ ਹੋ ਗਏ, ਫਿਰ 2 ਵਜੇ ਹੋ ਗਏ, ਫਿਰ ਰਾਤ ਨੂੰ 10 ਵਜੇ ਹੋ ਗਈ। ਯਾਨੀ ਠੀਕ ਪੂਰੇ 8 ਘੰਟੇ ਬਾਅਦ ਉਹਨੇ ਦਵਾਈ ਖਾਣੀ ਹੈ। ਜਦੋਂ ਸੈਕੰਡ ਸਟੇਜ ਤੋਂ ਸ਼ੁਰੂ ਕਰਦਾ ਨਾ, ਤੇ ਉਹਦੀ ਉਦੋਂ ਕੰਡੀਸ਼ਨ ਵਰਸਟ ਹੁੰਦੀ। ਸੈਕੰਡ ਸਟੇਜ ਵੀ ਵਰਸਟ ਕੰਡੀਸ਼ਨ ਵਾਲੇ ਆਉਂਦੀ। ਫਰਸਟ ਤਾਂ ਬਹੁਤ ਵਰਸਟ ਹੈ ਨਾ, ਸੈਕੰਡ ਜਿਹੜੀ ਹੈ ਉਹ ਵੀ ਖਰਾਬ ਕੰਡੀਸ਼ਨ ਵਾਲੇ ਲੋਕ ਹੁੰਦੇ ਨੇ। ਪਹਿਲੀ ਸਟੇਜ ਤੇ ਜਾਂ ਇਹਨੂੰ ਹੁਣ ਉਹਦੀ ਸੈਕੰਡ ਸਟੇਜ ਉਹਦੀ ਪਹਿਲੀ ਸਟੇਜ ਹੋ ਗਈ, ਉਹਦੀ ਸ਼ੁਰੂਆਤ ਹੀ ਉੱਥੋਂ ਹੋਈ। ਹੁਣ ਇਹ ਸਟੇਜ ਤੋਂ ਬਾਅਦ ਉਹਦੀਆਂ ਪਹਿਲੇ ਤੇ ਆਪਣੀਆਂ ਗੋਲੀਆਂ ਛੁੱਟਣਗੀਆਂ, ਜਿਹੜੀਆਂ ਉਹ ਖਾ ਰਿਹਾ, 2 ਖਾ ਰਿਹਾ, 3 ਖਾ ਰਿਹਾ, ਜਿਹੜੀ ਵੀ ਉਸ ਰੈਗੂਲਰ ਸਿਸਟਮ ਦੀਆਂ ਜਿਹੜੀਆਂ ਦਵਾਈਆਂ ਉਹ ਖਾ ਰਿਹਾ, ਜੋ ਵੀ ਦਵਾਈਆਂ ਉਹ ਖਾ ਰਿਹਾ, ਕੋਈ ਦੇਸੀ ਖਾ ਰਿਹਾ ਹੁੰਦਾ, ਕੋਈ ਫਾਰਮਾਸਿਊਟੀਕਲ ਦੀਆਂ ਖਾ ਰਿਹਾ ਹੁੰਦਾ, ਕੋਈ ਇਨਸੂਲਿਨ ਲਾ ਰਿਹਾ ਹੁੰਦਾ, ਪਹਿਲੇ ਤੇ ਉਹਦੀਆਂ ਆਪਣੀਆਂ ਦਵਾਈਆਂ ਛੁੱਟਣਗੀਆਂ। ਜਦੋਂ ਉਹਦੀਆਂ ਆਪਣੀਆਂ ਦਵਾਈਆਂ ਛੁੱਟ ਗਈਆਂ, ਉਹ ਪੋਸੀਬਲ ਹੈ ਅੱਜ ਹੀ ਛੁੱਟ ਜਾਣ, ਪੋਸੀਬਲ ਹੈ ਕੱਲ੍ਹ, ਪੋਸੀਬਲ ਹੈ ਅਗਰ ਉਹ 4 ਗੋਲੀਆਂ ਖਾ ਰਿਹਾ ਤਾਂ 4 ਦਿਨਾਂ 'ਚ, ਪੋਸੀਬਲ ਹੈ ਉਹ 1 ਦਿਨ 'ਚ। ਉਹ ਡਿਪੈਂਡ ਕਰਦਾ ਉਹਦੇ 'ਤੇ ਰੱਬ ਦੇ ਕਨੈਕਸ਼ਨ 'ਤੇ। ਇਹ ਦਵਾਈ ਤੁਹਾਨੂੰ ਅੱਗੇ ਵੀ ਦੱਸਿਆ ਸੀ, ਦਵਾਈ ਨਹੀਂ ਹੈ, ਦੁਆ ਹੈ। ਉਹ ਜਿੰਨਾ ਉਹਦਾ ਕਨੈਕਸ਼ਨ ਰੱਬ ਨਾਲ ਤੇ ਉਹਦੇ ਬੰਦਿਆਂ ਨਾਲ ਅੱਛਾ ਹੋਏਗਾ, ਉਹ ਗੋਲੀ ਓਨੀ ਹੀ ਜਲਦੀ ਉਹਦੇ 'ਤੇ ਅਸਰ ਕਰੇਗੀ। ਕਈ ਬੰਦੇ ਬਹੁਤ ਅੱਛੇ ਹੁੰਦੇ ਨੇ, ਲੇਕਿਨ ਉਹਨਾਂ ਦਾ ਰੱਬ ਨਾਲ ਕਨੈਕਸ਼ਨ ਵੀ ਅੱਛਾ ਹੁੰਦਾ, ਉਹਦੇ ਬੰਦਿਆਂ ਨਾਲ ਵੀ ਅੱਛਾ ਹੁੰਦਾ, ਕਿਤੇ ਇੱਕ ਗਲਤੀ ਕਰਦੇ ਹੁੰਦੇ ਨੇ ਬੰਦਿਆਂ ਨਾਲ ਰਿਲੇਸ਼ਨ 'ਤੇ ਜਾਂ ਰੱਬ ਨਾਲ ਰਿਲੇਸ਼ਨ 'ਤੇ, ਕਿਸੇ ਇੱਕ ਜਗ੍ਹਾ 'ਤੇ ਗਲਤ ਹੁੰਦੇ ਨੇ, ਜਿਹੜਾ ਡੀਪ ਗਲਤ ਹੁੰਦਾ, ਜਿਹੜਾ ਰੱਬ ਨੂੰ ਨਹੀਂ ਚੰਗਾ ਲੱਗ ਰਿਹਾ ਹੁੰਦਾ, ਉਹ ਉਹਨੂੰ ਇਗਨੋਰ ਕਰ ਰਹੇ ਹੁੰਦੇ ਨੇ। ਜਦੋਂ ਮੇਰੇ ਕੋਲ ਆਉਂਦੇ ਨੇ ਕਿਤੇ, ਉਹਨਾਂ ਨੂੰ ਐਡੀ ਜਲਦੀ ਫਰਕ ਨਹੀਂ ਪਿਆ, ਤੇ ਮੈਂ ਉਹਨਾਂ ਦਾ ਪੂਰਾ ਐਕਸਰੇ ਕਰਦਾ। ਐਕਸਰੇ ਦਾ ਮਤਲਬ ਉਹਨਾਂ ਨਾਲ ਡਿਸਕਸ਼ਨ ਕਰਦਾ। ਜਦੋਂ ਪੂਰੀ ਡਿਸਕਸ਼ਨ ਕਰ ਲੈਣਾ ਨਾ, ਫਿਰ ਮੈਂ ਉਹਨਾਂ ਨੂੰ ਕਹਿਣਾ, ਇਸ ਇੱਕ ਪੁਆਇੰਟ ਨੂੰ ਠੀਕ ਕਰ ਲਓ, ਤੁਹਾਡਾ ਇਸ ਜਗ੍ਹਾ 'ਤੇ ਤੁਸੀਂ ਗਲਤ ਹੋ, ਤਾਂ ਰੱਬ ਨੂੰ ਪਸੰਦ ਨਹੀਂ ਆ ਰਿਹਾ ਸ਼ਾਇਦ। ਅੱਲਾਹ ਤਾਲਾ ਤਾਂ ਤੁਹਾਨੂੰ ਪਤਾ ਬੰਦੇ ਨਾਲ ਪਿਆਰ ਹੀ ਬਹੁਤ ਕਰਦਾ ਨਾ। ਜੇ ਤੁਸੀਂ ਅਗਰ ਉਹਦੇ ਕਿਸੇ ਬੰਦੇ ਨਾਲ ਬੁਰਾ ਨਹੀਂ ਕਰਦੇ, ਤੁਹਾਨੂੰ ਇਗਨੋਰ ਕਰ ਦਿੰਦਾ, ਉਹਨੂੰ ਕੁਛ ਨਹੀਂ ਕਹਿੰਦਾ। ਜੇ ਤੁਸੀਂ ਉਹਦੇ ਬੰਦੇ ਨਾਲ ਕਿਤੇ ਗਲਤ ਹੋ ਨਾ, ਕਿਸੇ ਵੀ ਬੰਦੇ ਨਾਲ ਕਿਤੇ ਜ਼ਿਆਦਤੀ ਕਰ ਰਹੇ ਹੋ, ਕਈ ਵਾਰੀ ਆਪਾਂ ਆਪਣੇ ਨੇਬਰ ਨਾਲ ਜ਼ਿਆਦਤੀ ਕਰ ਰਹੇ ਹੁੰਦੇ ਹਾਂ, ਐਵੇਂ ਹੀ ਬਗੈਰ ਵਜ੍ਹਾ ਤੋਂ ਹੀ ਆਪਾਂ ਕੁਛ ਉਹਨੂੰ ਬੁਰਾ ਕਹਿ ਜਾਂਦੇ ਹਾਂ, ਜਾਂ ਉਹਨੂੰ ਹਾਲ ਚਾਲ ਨਹੀਂ ਪੁੱਛਦੇ, ਜਾਂ ਉਹਦਾ ਜਾ ਕੇ ਪਤਾ ਨਹੀਂ ਲੈਂਦੇ, ਜਾਂ ਜਿਹੜਾ ਕੁਛ ਘਰ ਪਕਾਇਆ ਉਹਨੂੰ ਕਦੇ ਸ਼ੇਅਰ ਨਹੀਂ ਕਰਦੇ ਉਹਦੇ ਨਾਲ। ਇਹ ਚੀਜ਼ਾਂ ਨੇਬਰਾਂ ਨੂੰ ਖੁਸ਼ ਕਰਨ ਲਈ ਆ। ਐਵੇਂ ਛੋਟੀ ਜਿਹੀ ਗੱਲ 'ਤੇ ਕਿਤੇ ਅਸੀਂ ਗਲਤ ਹੁੰਦੇ ਹਾਂ, ਕੋਈ ਵੱਡੀ ਗੱਲ ਨਹੀਂ ਹੁੰਦੀ ਜਿਹਨੂੰ ਅਸੀਂ ਇਗਨੋਰ ਕਰ ਰਹੇ ਹੁੰਦੇ ਹਾਂ। ਉਹਦੀ ਡਿਟੈਕਟ ਕੀਤੀ, ਉਹਨੇ ਉਹ ਠੀਕ ਕੀਤੀ, ਉਹੀ ਦਵਾਈ ਜਿਹੜੀ ਉਹ 'ਤੇ ਅਸਰ ਨਹੀਂ ਸੀ ਕਰ ਰਹੀ, ਉਸੇ ਦਿਨ ਅਸਰ ਕਰਨਾ ਸ਼ੁਰੂ ਕਰ ਦੇ। ਜਦੋਂ ਰੱਬ ਮਾਫ ਕਰਦਾ, ਉਦੋਂ ਸਾਰੇ ਕੰਮ ਸਿੱਧੇ ਹੋ ਜਾਂਦੇ। ਅੱਛਾ, ਇੱਥੇ ਹੁਣ ਉਹਨੇ ਸ਼ੁਰੂ ਕੀਤੀ, ਉਹਦੀਆਂ ਪਹਿਲੇ ਤੇ ਉਹਦੀਆਂ ਆਪਣੀਆਂ ਦਵਾਈਆਂ ਛੁੱਟਣਗੀਆਂ, ਜਾਂ ਇੱਕੋ ਦਿਨ ਹੀ ਛੁੱਟ ਜਾਣਗੀਆਂ, ਜਾਂ 1, 2, 3, 4 ਦਿਨਾਂ 'ਚ ਛੁੱਟ ਜਾਣਗੀਆਂ। ਜਦੋਂ ਉਹਦੀਆਂ ਪਹਿਲੀਆਂ ਦਵਾਈਆਂ ਛੁੱਟ ਗਈਆਂ ਨਾ, 50% ਤੇ ਉਹਦੇ ਸਾਈਡ ਇਫੈਕਟਸ ਉਸੇ ਦਿਨ ਰੁਕ ਗਏ ਜਿੱਦਣ ਉਹ ਛੁੱਟ ਗਈਆਂ। 50% ਉਹ ਥੋੜ੍ਹੇ ਦਿਨਾਂ 'ਚ ਰੁਕਣਗੇ। ਉਹ ਜਦੋਂ ਉਹਦੇ ਸਾਈਡ ਇਫੈਕਟਸ ਖਤਮ ਹੁੰਦੇ ਆ, ਬੰਦਾ ਅੱਧਾ ਵੈਸੇ ਹੀ ਠੀਕ ਹੋ ਜਾਂਦਾ। ਉਹਨਾਂ ਦਵਾਈਆਂ ਦਾ ਤੁਹਾਨੂੰ ਪਤਾ ਹੈ, ਜਦੋਂ ਤੁਸੀਂ ਗੂਗਲ 'ਤੇ ਟਾਈਪ ਕਰੋ ਨਾ, ਉਸ ਦਵਾਈ ਦਾ ਨਾਂ ਟਾਈਪ ਕਰੋ ਜਾਂ ਉਹਦਾ ਸਾਲਟ ਟਾਈਪ ਕਰੋ, ਨਾਲ ਲਿਖੋ ਸਾਈਡ ਇਫੈਕਟਸ ਆਫ ਦਿਸ ਮੈਡੀਸਨਸ,
ਉਹ ਤੁਹਾਨੂੰ ਇੱਕ ਲਿਸਟ ਦੇ ਦੇਗਾ ਸਾਈਡ ਇਫੈਕਟਸ ਦੀ। ਤਾਂ ਤੁਸੀਂ ਗੌਰ ਕਰੋ, ਅਸੀਂ ਟੈਲੀਨੋਲ ਵੀ ਖਾਂਦੇ ਹਾਂ ਨਾ, ਅਸੀਂ ਛੋਟੀ ਤੋਂ ਛੋਟੀ ਕੋਈ ਗੋਲੀ ਖਾਂਦੇ ਹਾਂ, ਉਹਦਾ ਵੀ ਤੁਸੀਂ ਟਾਈਪ ਕਰਕੇ ਦੇਖੋ ਸਾਈਡ ਇਫੈਕਟਸ ਹੋਣਗੇ 100% ਨਿਕਲਣਗੇ ਲਾਜ਼ਮੀ। ਇੱਕ ਹੋਏ ਜਾਂ 10 ਹੋਣਗੇ ਜ਼ਰੂਰ, ਕਿਸੇ ਦੇ ਜ਼ਿਆਦਾ ਕਿਸੇ ਦੇ ਘੱਟ। ਉਹ ਜਦੋਂ ਉਹਦੇ ਗੋਲੀਆਂ ਛੁੱਟਦੀਆਂ ਤੇ ਉਹਦੀ ਬਾਡੀ ਉਸ ਸਾਈਡ ਇਫੈਕਟਸ ਤੋਂ ਬਚ ਜਾਂਦੀ ਹੈ, ਨਾਲ ਉਹਦੀ ਸ਼ੂਗਰ ਨਹੀਂ ਵੱਧ ਰਹੀ। ਜਦੋਂ ਸ਼ੂਗਰ ਵੀ ਨਹੀਂ ਵੱਧ ਰਹੀ ਤੇ ਸਾਈਡ ਇਫੈਕਟਸ ਵੀ ਰੁਕ ਗਏ ਤੇ ਅੱਧਾ ਉਹ ਬੰਦਾ ਵੈਸੇ ਠੀਕ ਫੀਲ ਕਰਦਾ। ਫਿਰ ਜਦੋਂ ਸ਼ੂਗਰ ਠੀਕ ਹੋਣੀ ਸ਼ੁਰੂ ਹੁੰਦੀ ਹੈ, ਅਗਲੀ ਸਟੇਜ ਤੇ ਉਹਨੂੰ ਕਹਿੰਦੇ ਪਰਹੇਜ਼ ਖਤਮ ਕਰ ਦਿਓ। ਅਗਲੀ ਸਟੇਜ ਹੋ ਸਕਦਾ ਹਫਤੇ 'ਚ ਆ ਜਾਏ, ਹੋ ਸਕਦਾ 15 ਦਿਨਾਂ 'ਚ ਆ ਜਾਏ, ਮੈਕਸਿਮਮ ਕਿਸੇ ਦੀ ਆਈ ਤਾਂ ਮਹੀਨੇ ਜਾਂ 2 ਮਹੀਨਿਆਂ ਚਾਹੀਏ। ਅੱਛਾ, ਪਰਹੇਜ਼ ਖਤਮ ਕਰ ਦਿਓ। ਪਰਹੇਜ਼ ਵੀ ਸ਼ੂਗਰ ਵਾਲੇ ਦਾ ਖਤਮ ਹੋ ਜਾਂਦਾ ਆਪਣੀ ਦਵਾਈ ਖਾਣ ਨਾਲ। ਪਰਹੇਜ਼ ਕੀ ਹੈ? ਇੱਕ ਪਰਹੇਜ਼ ਰਹਿੰਦਾ, ਬਾਕੀ ਸਾਰੇ ਦੇ ਸਾਰੇ ਖਤਮ। ਉਹ ਕਿਹੜਾ ਰਹਿਣਾ? ਸਿਰਫ ਤੁਸੀਂ ਵਾਈਟ ਸ਼ੂਗਰ ਨਹੀਂ ਖਾਣੀ। ਅੱਛਾ, ਜਿਹੜੀ ਸਫੈਦ ਚੀਨੀ ਹੈ, ਜਿਹਨੂੰ ਕੇਨ ਸ਼ੂਗਰ ਕਹਿੰਦੇ ਆਪਾਂ, ਉਹ ਨਹੀਂ ਖਾਣੀ। ਗੁੜ ਖਾ ਸਕਦੇ ਹੋ, ਸ਼ੱਕਰ ਖਾ ਸਕਦੇ ਹੋ, ਫਰੂਟਸ ਖਾ ਸਕਦੇ ਹੋ। ਇੱਕ ਇੱਕ ਕਰਕੇ ਰੋਜ਼ ਅਸੀਂ ਐਡ ਅਪ ਕਰਾਣੇ ਜਾਂਦੇ। ਯਾਨੀ ਅੱਜ ਤੁਸੀਂ ਇੱਕ ਸਪੋਜ਼ ਖਾਧੀ ਖਜੂਰ, ਕੱਲ੍ਹ ਨੂੰ ਤੁਸੀਂ ਖਜੂਰ ਵੀ ਖਾਓ ਤੇ ਇੱਕ ਨਾਲ ਐਪਲ ਐਡ ਕਰ ਲਓ। ਅੱਛਾ, ਵੱਖਰੇ ਟਾਈਮ 'ਚ ਇੱਕ ਟਾਈਮ ਖਜੂਰ ਕਰ ਲਓ, ਇੱਕ ਟਾਈਮ ਐਪਲ ਕਰ ਲਓ। ਪਰਸੋਂ ਤੁਸੀਂ ਇੱਕ ਐਪਲ ਤੇ ਇੱਕ ਖਜੂਰ ਵੀ ਖਾਓ ਤੇ ਅਗਲੇ ਦਿਨ ਤੁਸੀਂ ਇੱਕ ਪੀਚ ਐਡ ਕਰ ਲਓ। ਕੋਈ ਵੀ ਫਰੂਟ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ। ਕੇਲਾ ਬਹੁਤ ਮਿੱਠਾ ਹੁੰਦਾ, ਉਹਨੂੰ ਆਖਰ ਤੇ ਰੱਖਦੇ ਆ। ਮੈਂਗੋ ਨੂੰ ਆਖਰ ਤੇ ਰੱਖਦੇ ਆ। ਖਜੂਰ ਵੀ ਮਿੱਠੀ ਹੁੰਦੀ ਹੈ ਲੇਕਿਨ ਉਹਦੀ ਕੁਆਂਟੀਟੀ ਛੋਟੀ ਹੁੰਦੀ ਹੈ, ਤੇ ਇਸ ਲਈ ਉਹ ਅਕਸਰ ਜਿਨ੍ਹਾਂ ਦੀ ਸ਼ੂਗਰ ਲੋ ਹੁੰਦੀ, ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ 2 ਖਜੂਰਾਂ ਉਸ ਟਾਈਮ ਖਾ ਲਿਆ ਕਰੋ। ਤੁਹਾਨੂੰ ਅਗਰ ਪਤਾ ਹੈ ਕਿ 4-5 ਦੇ ਦਰਮਿਆਨ ਮੇਰੀ ਅਕਸਰ ਸ਼ੂਗਰ ਲੋ ਹੋ ਜਾਂਦੀ, ਮੈਂ ਕੰਮ ਤੇ ਹੁੰਨਾ, ਖਾਣਾ ਖਾਦੇ ਨੂੰ 5-6 ਘੰਟੇ ਹੋ ਗਏ ਹੁੰਦੇ ਨੇ, ਤੇ ਤੁਸੀਂ 4-5 ਦੇ ਦੌਰਾਨ ਲੋ ਹੁੰਦੀ, ਤੁਸੀਂ 3 ਵਜੇ 3:30 ਵਜੇ 2 ਖਜੂਰਾਂ ਖਾ ਲਓ। ਇੱਕ ਤੇ ਮਲਟੀਵਾਈਟਾਮਿਨ ਦਾ ਕੰਮ ਕਰੇਗੀ। ਖਜੂਰ 'ਚ ਬਹੁਤ એનર્ਜੀ ਹੈ, ਡੇਟਸ 'ਚ। ਅੱਛਾ, ਨਹੀਂ ਪਰ ਖਜੂਰ ਖਾਣੀ 1-2 ਹੀ, ਉਹਨਾਂ ਨੇ ਵੀ ਨਹੀਂ ਗੋਲਾ ਭਰ ਕੇ ਖਜੂਰ ਖਾ ਲਓ ਤੇ ਫਿਰ ਕਹਿਣਾ ਵੀ ਖਾਧੀ ਤੇ ਖਜੂਰ ਹੀ ਸੀ। ਡਾਕਟਰ ਸਾਹਿਬ ਦੇ ਕਹਿੰਦੇ ਕਿ ਗੱਲ ਬਣੀ ਨਹੀਂ, ਗੱਲ ਦੂਜੇ ਬੰਨੇ ਚਲ ਗਈ। 1 ਜਾਂ 2 ਹੀ ਖਾਣੀਆਂ। 1 ਜਾਂ 2 ਹੀ ਖਾਣੀਆਂ ਉਸ ਟਾਈਮ ਤੇ ਜਦੋਂ ਤੁਹਾਨੂੰ ਫੀਲ ਹੁੰਦਾ ਕਿ ਮੇਰੀ ਲੋ ਹੋਣ ਲੱਗੀ ਹੈ। ਬਸ 2 ਖਜੂਰਾਂ ਖਾਧੀਆਂ, 2 ਗਲਾਸ ਪਾਣੀ ਪੀਤੇ, ਉਹ ਜਿਹੜੀ ਲੋ ਹੋਣੀ ਸੀ ਉਹ ਨਾਰਮਲ ਹੋ ਜਾਏਗੀ। ਇਹ ਪਰਹੇਜ਼ ਬੰਦ ਹੋ ਗਏ। ਹੁਣ ਉਹਦੀ ਫਸਟ ਸਟੇਜ ਤੇ ਉਹਦੀਆਂ ਦਵਾਈਆਂ ਖਤਮ ਹੋਈਆਂ, ਸੈਕਿੰਡ ਤੇ ਪਰਹੇਜ਼ ਬੰਦ ਹੋ ਗਿਆ, ਪਰਹੇਜ਼ ਵੀ ਖਤਮ ਹੋ ਗਿਆ। ਇਹ ਆਪਾਂ ਉਹਦੀ ਗੱਲ ਕਰ ਰਹੇ ਹਾਂ ਜਿਹੜਾ 8-8 ਘੰਟੇ ਦੇ ਵਕਫੇ ਤੇ ਖਾ ਰਿਹਾ, ਭਾਵੇਂ 6-6 ਘੰਟੇ ਤੇ ਭਾਵੇਂ। ਅੱਛਾ, ਉਹਦੀ ਫਸਟ ਸਟੇਜ ਉਹ ਹੋ ਗਈ ਤੇ 8 ਘੰਟੇ ਵਾਲੀ ਦੀ ਉਹ ਹੋ ਗਈ। ਇੱਕ ਹੋਰ ਵੀ ਹੈ ਜਿਹੜਾ 12-12 ਘੰਟੇ ਤੋਂ ਸ਼ੁਰੂ ਕਰਦੇ, ਜਿਹੜੀਆਂ 2 ਰਹਿ ਜਾਂਦੀਆਂ, 2 ਗੋਲੀਆਂ ਸ਼ੁਰੂ ਹੀ ਉਹਦੇ ਤੋਂ ਕਰਦੇ ਸੀ। ਅੱਛਾ, ਇੱਕ ਉਹ ਵੀ ਹੈ ਜਿਹਨੂੰ ਅੱਧੀ ਗੋਲੀ ਤੋਂ ਸ਼ੁਰੂ ਕਰਦੇ ਸੀ। ਉਹ ਜਿਹੜੇ ਬੜੇ ਅਰਲੀ, ਮਤਲਬ ਬੜੇ ਅਰਲੀ ਡਾਇਗਨੋਸ ਹੋ ਜਾਂਦੇ ਆ। ਨਹੀਂ, ਉਹਨੂੰ ਤਾਂ ਅਕਸਰ ਮੈਂ ਦਵਾਈ ਨਹੀਂ ਦਿੰਦਾ ਜਿਹਦੀ ਹਾਲਤ ਤਾਜ਼ਾ ਹੀ ਹੋਈ ਹੁੰਦੀ ਹੈ। ਅੱਛਾ, ਤੇ ਅਕਸਰ ਉਹਨੂੰ ਚੀਜ਼ਾਂ ਹੀ ਦੱਸ ਦਿੰਦਾ, ਉਹ ਠੀਕ ਹੋ ਜਾਂਦੇ ਉਹਦੇ ਨਾਲ। ਅੱਛਾ, ਤੇ ਜਿਹਨਾਂ ਨੂੰ ਅੱਧੀ ਗੋਲੀ ਜਾਂ 12 ਘੰਟੇ ਬਾਅਦ ਵਾਲੀ ਗੋਲੀ ਦੱਸਦੇ, ਉਹ ਕੌਣ ਨੇ? ਉਹ ਕਿਸ ਸਟੇਜ ਤੇ ਹੁੰਦੇ? ਉਹ ਲੋਕ ਨੇ ਜਿਨ੍ਹਾਂ ਨੂੰ ਕੁਝ ਅਰਸਾ ਪਹਿਲੇ ਸ਼ੂਗਰ ਹੋਈ, ਉਹਨਾਂ ਨੇ ਆਪਣਾ ਧਿਆਨ ਰੱਖਣਾ ਸ਼ੁਰੂ ਕਰਤਾ। ਉਹਨਾਂ ਨੇ ਐਕਸਰਸਾਈਜ਼ 15-20 ਮਿੰਟ, ਅੱਧਾ ਘੰਟਾ ਸਵੇਰ ਤੇ ਅੱਧਾ ਘੰਟਾ ਸ਼ਾਮ, ਆਪਣੀ ਡਾਈਟ ਆਲ ਟੂਗੇਦਰ ਬਦਲ ਦਿੱਤੀ, ਔਰ ਜਿਹੜੀ ਦੂਸਰੀ ਸਾਈਡ ਇਫੈਕਟਸ ਵਾਲੀ ਦਵਾਈ ਉਹ ਘੱਟ ਤੋਂ ਘੱਟ ਖਾਧੀ। ਦੇਸੀ ਕੁਝ ਨਾਲ ਚੀਜ਼ਾਂ ਐਡ ਕੀਤੀਆਂ, ਜਿਵੇਂ ਜੜੀ ਬੂਟੀਆਂ, ਜਿਵੇਂ ਮੇਥੀ ਦਾਣਾ, ਇਹ ਸ਼ੂਗਰ ਨੂੰ ਬਹੁਤ ਘਟਾਉਂਦਾ। ਜਿਵੇਂ ਗੁੜਮਾਰ ਬੂਟੀ ਹੈ ਇੱਕ, ਜਿਹਨੂੰ ਜਿਮਨੀਮਾ ਸਿਲਵੈਸਟਰ ਕਹਿੰਦੇ ਅਸੀਂ ਅੰਗਰੇਜ਼ੀ 'ਚ, ਗੁੜਮਾਰ ਬੂਟੀ, ਉਹ ਐਡ ਕਰ ਲਈ। ਜੈਂਬੁਲ ਹੈ ਇੱਕ, ਜਿਹਨੂੰ ਜਾਮਨ ਦੀਆਂ ਗੁਠਲੀਆਂ ਕਹਿੰਦੇ ਆ, ਜੈਂਬੁਲ। ਅੱਛਾ, ਉਹ ਗੁਠਲੀਆਂ ਲੈ ਕੇ ਪੀਸ ਲਈਆਂ। ਇਹਦੇ 'ਚ ਵੀ 2 ਕੁਆਲਿਟੀਆਂ ਜਾਮਨ ਦੀਆਂ ਗੁਠਲੀਆਂ 'ਚ, ਇੱਕ ਉਹ ਹੈ ਜਿਹੜੀ ਅੰਦਰੋਂ ਖੋਖਲੀ ਹੁੰਦੀ ਹੈ, ਇੱਕ ਉਹ ਹੈ ਜਿਹੜੀ ਸਖਤ ਹੁੰਦੀ ਹੈ। ਸਖਤ ਗੁਠਲੀ ਲੈ ਕੇ ਸੁਕਾ ਕੇ ਉਹਨਾਂ ਨੂੰ ਪੀਸ ਕੇ ਉਹਦਾ ਪਾਊਡਰ ਬਣਾ ਕੇ ਰੱਖ ਲਓ। ਸ਼ੂਗਰ ਲਈ ਬਹੁਤ ਅੱਛਾ ਹੈ, ਤੁਹਾਡੇ ਪਿੰਕਰੀਆਸ ਨੂੰ ਰਿਪੇਅਰ ਕਰਦਾ। ਇਹਦੇ ਤੇ ਆਪਾਂ ਫਿਰ ਕਿਸ ਦਿਨ ਦੀਆਂ ਜੜੀ ਬੂਟੀਆਂ ਤੇ ਪ੍ਰੋਗਰਾਮ ਕਰਾਂਗੇ। ਠੀਕ ਹੈ ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਸਾਰੀਆਂ ਸਟੇਜਿਸ ਦੱਸੀਆਂ, ਸੈਕਿੰਡ ਸਟੇਜ ਤੇ ਜਾ ਕੇ ਪਰਹੇਜ਼ ਛੁੱਟ ਗਿਆ, ਅੱਗੇ ਕੀ ਹੁੰਦਾ ਨੈਕਸਟ ਸਟੇਜ? 3rd ਸਟੇਜ ਉਹਦੀ, ਐਕਚੁਅਲੀ ਤਾਂ ਉਹਦੀ 4th ਸਟੇਜ ਹੈ, ਲੇਕਿਨ ਉਹਦੀ 3rd ਸਟੇਜ ਹੈ। ਉਹ ਸਟੇਜ ਤੇ ਜਾ ਕੇ ਉਹ ਫਿਰ ਕੰਪਲੇਨ ਕਰਦਾ ਕਿ ਮੈਂ ਜਦੋਂ ਸਵੇਰ ਗੋਲੀ ਲੈਣਾ 6 ਵਜੇ ਤੇ ਮੈਂ ਜੇ 8 ਵਜੇ ਤੱਕ 7 ਵਜੇ ਤੱਕ ਨਾਸ਼ਤਾ ਨਾ ਕਰਾਂ ਤਾਂ ਮੈਂ ਤੇ ਹੱਥ ਕੰਬਣ ਲੱਗ ਜਾਂਦੇ, ਮੀਨ ਸ਼ੂਗਰ ਲੋ ਹੋਣ ਲੱਗ ਜਾਂਦੀ। ਅੱਛਾ, ਫਿਰ ਦੁਪਹਿਰ ਨੂੰ ਖਾਣੇ ਦਾ ਟਾਈਮ ਹੋਇਆ 12 ਵਜੇ ਜਾਂ 1 ਵਜੇ ਤੇ ਮੇਰੇ ਫਿਰ ਹੱਥ ਕੰਬਣ ਲੱਗ ਜਾਂਦੇ। 3-4-5 ਘੰਟੇ ਹੋ ਗਏ ਖਾਣਾ ਖਾਦੇ ਨੂੰ, ਤੇ ਮੇਰੀ ਤਾਂ ਸ਼ੂਗਰ ਲੋ ਹੋਣ ਲੱਗ ਜਾਂਦੀ। ਉਹਨੂੰ ਫਿਰ ਕਹਿਣਾ ਜਿਹੜੇ ਟਾਈਮ ਤੇਰੇ ਹੱਥ ਕੰਬਦੇ ਆ ਨਾ, ਜਾਂ ਸ਼ੂਗਰ ਲੋ ਹੁੰਦੀ, ਉਸ ਤੋਂ ਪਿਛਲੀ ਗੋਲੀ ਤੋੜ ਕੇ ਅੱਧੀ ਕਰ, ਹਾਫ ਹੋ ਗਈ। ਉਸ ਤੋਂ ਪਿਛਲੀ ਮਤਲਬ ਜਿਵੇਂ ਸਪੋਜ਼ ਹੁਣ ਉਹਨੇ 6 ਵਜੇ ਸਵੇਰ ਲਈ ਹੈ, ਅਗਲੀ 2 ਵਜੇ ਲੈਣੀ ਹੈ, ਤੇ 12-1 ਵਜੇ ਉਹਦੀ ਸ਼ੂਗਰ ਲੋ ਹੋ ਗਈ, ਜਾਂ 8 ਵਜੇ ਹੋ ਗਈ, ਜਾਂ 10 ਵਜੇ ਹੋ ਗਈ, ਤੇ ਉਹ ਜਿਹੜੀ 6 ਵਜੇ ਸਵੇਰ ਖਾਧੀ ਹੈ ਨਾ, ਉਹ ਤੋੜ ਕੇ ਅੱਧੀ ਕਰ ਲੈ। ਅੱਛਾ, ਜੇ ਉਹਦੀ ਰਾਤ ਨੂੰ ਕਿਸੇ ਵੇਲੇ ਸ਼ੂਗਰ ਲੋ ਹੋ ਗਈ ਤੇ ਜਿਹੜੀ ਰਾਤ ਨੂੰ ਗੋਲੀ ਖਾਣੀ ਆਪਾਂ,
ਸੌਣ ਲੱਗਿਆ ਉਹ ਅੱਧੀ ਕਰ ਦੇਵੇ। ਜਿਹੜੀ ਖਾ ਕੇ ਸੁੱਤੇ ਆਪਾਂ। ਹਾਂ, ਜਿਹੜੀ ਗੋਲੀ ਤੋਂ ਬਾਅਦ ਸ਼ੂਗਰ ਲੋ ਹੋਵੇ ਉਸ ਗੋਲੀ ਨੂੰ ਅੱਧਾ ਕਰ ਲੈਣਾ। ਓਕੇ ਓਕੇ ਓਕੇ। ਇਸੇ ਤਰ੍ਹਾਂ ਦੂਸਰੀ ਵਾਰੀ ਤਾਂ ਵੀ ਗੋਲੀ ਤੋਂ ਹੋਏਗੀ ਸ਼ੂਗਰ ਲੋ, ਉਹਨੂੰ ਵੀ ਅੱਧਾ ਕਰ ਲਓ। Okay, ਤੀਸਰੀ ਵਾਰੀ ਤੋਂ ਵੀ ਹੋਏਗੀ, ਉਹਨੂੰ ਵੀ ਅੱਧਾ ਕਰ ਲਓ। ਇਹ ਫਿਰ ਅੱਧੀ ਅੱਧੀ ਗੋਲੀ ਹੋ ਗਈ। ਓਕੇ। ਯਾਨੀ 3 ਵਾਰੀ ਤੇ ਉਹੀ ਗੋਲੀ ਅੱਧੀ ਅੱਧੀ ਕਰਤੀ ਤੁਸੀਂ। 3 ਤੋਂ ਇਕੱਠੀ 50% ਹੋਰ ਰਿਡਿਊਸ ਹੋ ਗਈ। ਪਹਿਲੇ 25% ਘੱਟ ਯੂਜ਼ ਕਰਾਈ ਤੁਹਾਨੂੰ, ਅਗਲੀ ਤੇ 50% ਮੈਡੀਸਨ ਤੁਹਾਡੀ ਰਿਡਿਊਸ ਹੋ ਗਈ। ਉਹ ਜਿਹੜਾ 50% ਤੇ 25% ਦਾ ਕੰਮ ਆ, ਉਹ ਕੌਣ ਕਰ ਰਿਹਾ? ਤੁਹਾਡੀ ਬੋਡੀ ਕਰ ਰਹੀ ਹੈ ਅੰਦਰੋਂ। ਤੁਹਾਡਾ ਆਪਣਾ ਇਮਿਊਨ ਸਿਸਟਮ ਕਰ ਰਿਹਾ, ਤੁਹਾਡਾ ਆਪਣਾ ਪਿੰਕਰੀਆਸ ਕਰ ਰਿਹਾ। ਤੁਹਾਡੇ ਬੀਟਾ ਸੈਲਸ ਨੇ ਇਨਸੂਲਿਨ ਬਣਾਉਣੀ ਸ਼ੁਰੂ ਕਰਤੀ, ਤੁਹਾਡੇ ਅਲਫਾ ਸੈਲਸ ਨੇ ਉਹਨੂੰ ਅੱਛੀ ਇਨਸੂਲਿਨ ਬਣਾਉਣਾ ਸ਼ੁਰੂ ਕਰਤਾ, ਜਿਹਨੂੰ ਪੋਟੈਂਟ ਇਨਸੂਲਿਨ ਕਹਿੰਦੇ ਆਪਾਂ। ਸਹੀ ਅਲਫਾ ਸੈਲਸ ਸਹੀ ਇਨਸੂਲਿਨ ਬਣਾਉਂਦੇ ਤੇ ਬੀਟਾ ਸੈਲਸ ਇਨਸੂਲਿਨ ਬਣਾਉਂਦੇ। ਅਲਫਾ ਸੈਲ ਉਹਨੂੰ ਪੋਟੈਂਟ ਕਰਦੇ। ਜੇ ਅਲਫਾ ਸੈਲ ਖਰਾਬ ਹੋਣ ਤੇ ਉਹ ਇੰਪੋਟੈਂਟ ਇਨਸੂਲਿਨ ਬਣੇ ਤੇ ਤਦ ਵੀ ਸ਼ੂਗਰ ਹੋ ਜਾਂਦੀ ਹੈ। ਤੇ ਜੇ ਬੀਟਾ ਸੈਲ ਖਰਾਬ ਹੋਣ, ਇਹ ਪੈਨਕ੍ਰੀਆਸ ਦੀ ਗੱਲ ਕਰ ਰਹੇ ਹਾਂ ਜਿਹਦੀ ਵਜ੍ਹਾ ਤੋਂ ਸ਼ੂਗਰ ਹੁੰਦੀ। ਜੇ ਬੀਟਾ ਸੈਲ ਖਰਾਬ ਹੋਣ ਤੇ ਉਹ ਇਨਸੂਲਿਨ ਪੂਰੀ ਨਹੀਂ ਬਣਾਉਂਦੇ ਤੇ ਉਹ ਅੰਦਰ ਤੁਹਾਡੀ ਫੂਡ ਨੂੰ ਬ੍ਰੇਕ ਡਾਊਨ ਨਹੀਂ ਕਰਦੇ, ਮੈਟਾਬੋਲਾਈਜ਼ ਨਹੀਂ ਕਰਦੇ, એનર્ਜੀ 'ਚ ਕਨਵਰਟ ਨਹੀਂ ਕਰਦੇ। ਉਹ ਸ਼ੂਗਰ ਤੁਹਾਡੀ ਗਲੂਕੋਜ਼ ਅੰਦਰ ਫਿਰਦਾ ਰਹਿੰਦਾ। ਅੱਛਾ, ਇੰਨੀਆਂ ਸਟੇਜਸ ਹੁੰਦੀਆਂ ਨੇ ਕਿ ਹੋਰ ਵੀ ਕੋਈ ਹੁੰਦੀ? ਦਵਾਈ ਤੱਕ ਦੀ ਨਹੀਂ? ਅੱਗੇ ਵੀ ਹੈ, ਅੱਗੇ ਵੀ ਹੈ। ਅੱਛਾ, ਅੱਧੀ ਅੱਧੀ ਕਰਦੇ ਤੁਸੀਂ। ਹੁਣ ਥੋੜਾ ਅਰਸਾ ਇਹਦੇ 'ਚ ਹੁਣ 2 4 6 ਮਹੀਨੇ ਲੰਘਣਗੇ ਉਹਦੇ। ਓਕੇ। ਉਹਨੂੰ ਪੂਰੀ ਡੋਜ਼ ਜਾਵੇ ਨਾ, ਤਾਂ ਕਿ ਪੈਨਕ੍ਰੀਆਸ ਨੂੰ, ਇਹ ਮਲਟੀਵਾਈਟਾਮਿਨ ਹੈ ਪੈਨਕ੍ਰੀਆਸ ਦਾ ਬੇਸਿਕਲੀ। ਪੈਨਕ੍ਰੀਆਸ ਨੂੰ ਡੋਜ਼ ਜਾਣੀ ਸ਼ੁਰੂ ਹੋ ਗਈ। ਉਹਦੇ ਪਹਿਲਾਂ ਜਿਹੜੇ ਬੀਟਾ ਸੈਲਸ ਰਿਕਵਰ ਹੋਏ ਸੀ, ਉਹਨੇ ਉਹਦੀ 2 ਗੋਲੀਆਂ ਘੱਟ ਕਰਾਈਆਂ ਸੀ। ਹੁਣ ਹੋਰ ਅੱਗੇ ਰਿਕਵਰ ਹੋਣਗੇ ਬੀਟਾ ਸੈਲਸ, ਉਹ ਹੋਰ ਉਹਦੀ ਗੋਲੀ ਘੱਟ ਕਰਾਉਣਗੇ। ਫਿਰ ਅਸੀਂ ਗੋਲੀ 3 ਟਾਈਮ ਦੀ ਬਜਾਏ 2 ਟਾਈਮ ਕਰ ਦਿਆਂਗੇ। ਅੱਧੀ ਗੋਲੀ ਸਵੇਰ, ਅੱਧੀ ਸ਼ਾਮ, ਲੇਕਿਨ ਇਕੁਅਲ 12 ਘੰਟੇ ਬਾਅਦ, ਤਾਂ ਕਿ ਦੋਨੋਂ ਗੋਲੀਆਂ ਇੱਕੋ ਜਿਹਾ ਕੰਮ ਕਰਨ। ਸਵੇਰ ਸਪੋਜ਼ 6 ਵਜੇ ਖਾਧੀ ਹੈ ਤੇ ਸ਼ਾਮ ਨੂੰ ਵੀ 6 ਵਜੇ। ਫਿਰ ਇਹ ਗੋਲੀ ਖਾਲੀ ਪੇਟ ਖਾਓ ਤਾਂ ਜ਼ਿਆਦਾ ਬਿਹਤਰ ਆ। ਓਕੇ। ਕਈ ਲੋਕ ਕਹਿੰਦੇ ਨੇ ਕਿ ਸ਼ੂਗਰ ਦੀ ਦਵਾਈ ਖਾਣਾ ਖਾ ਕੇ ਖਾਣੀ ਚਾਹੀਦੀ। ਸਵੇਰੇ ਵੀ ਉੱਠਦਿਆਂ ਖਾ ਲਓ ਤੇ ਸ਼ਾਮ ਨੂੰ ਰਾਤ ਦੇ ਖਾਣੇ ਤੋਂ ਪਹਿਲਾਂ ਖਾਓ। ਉਦੋਂ ਖਾਓ ਜਦੋਂ ਤੁਸੀਂ ਜਿੰਨੇ ਵਜੇ ਸਵੇਰ ਖਾਧੀ ਸੀ। ਫਿਰ ਓਕੇ। ਅਗਰ ਸਵੇਰੇ ਤੁਸੀਂ 5 ਵਜੇ ਖਾਧੀ ਤੇ ਸ਼ਾਮ ਨੂੰ ਵੀ 5 ਵਜੇ ਹੀ ਖਾਓ। ਲੇਟ ਰੱਖਣੀ ਹੈ ਤਾਂ 6 ਵਜੇ ਰੱਖ ਲਓ, 8 ਵਜੇ ਰੱਖ ਲਓ, ਸ਼ਾਮ ਨੂੰ ਵੀ ਫਿਰ 8 ਵਜੇ ਖਾਓ। 12 ਘੰਟੇ ਦਾ ਵਕਫਾ ਵਿੱਚ ਜ਼ਰੂਰ ਹੋਏ। ਹਾਂਜੀ, ਇਹ ਹੋ ਗਈ ਚੌਥੀ ਸਟੇਜ ਉਹਦੀ। ਚੌਥੀ ਹੋ ਗਈ, ਪੰਜਵੀਂ ਹੋ ਗਈ, ਪਤਾ ਨਹੀਂ ਕਿਹੜੀ। 5ਵੀਂ ਤੱਕ ਹੀ ਪਹੁੰਚ ਗਏ। ਹੁਣ ਇਸ ਤੋਂ ਅਗਲੀ ਸਟੇਜ ਵੀ ਹੈ। ਉਹ ਪਰਹੇਜ਼ ਵੀ ਨਹੀਂ ਕਰ ਰਿਹਾ, ਉਹ ਆਪਣੀਆਂ ਦਵਾਈਆਂ ਵੀ ਛੱਡ ਚੁੱਕਿਆ, ਉਹ ਆਪਣੀ ਗੋਲੀ ਵੀ ਇੱਕ ਤੋਂ ਅੱਧੀ ਕਰ ਚੁੱਕਿਆ, ਅੱਧੀ ਤੋਂ ਫਿਰ ਉਹ ਇੱਕ ਟਾਈਮ ਵੀ ਘਟਾ ਚੁੱਕਿਆ। ਹੁਣ ਫਿਰ ਸ਼ੂਗਰ ਘਟੇਗੀ, ਫਿਰ ਅੱਗੇ ਘਟੇਗੀ। ਅੱਛਾ। ਫਿਰ ਉਹਨੂੰ ਕਹਿੰਦੇ ਆ ਕਿ ਇੱਕ ਟਾਈਮ ਕਰ ਦੇ। ਇਹੋ ਜਿਹੇ ਵੀ ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟ ਆ ਜਿਹੜੇ ਸੁਣ ਰਹੇ ਹੋਣੇ, ਉਹਨਾਂ ਨੂੰ ਪਤਾ ਨਾ, ਜਿਹੜੇ ਇਸ ਸਟੇਜ 'ਤੇ ਵੀ ਆ ਗਏ ਨੇ। ਇੱਥੇ ਹੀ ਹੈ ਬਹੁਤ ਸਾਰੇ। ਉਹ ਇੱਕ ਟਾਈਮ ਫਿਰ ਅੱਧੀ ਗੋਲੀ ਖਾਣਗੇ। ਉਹ ਹੁਣ ਸਵੇਰ ਅੱਧੀ ਗੋਲੀ ਨਹੀਂ ਖਾਂਦੇ, ਉਹ ਕਹਿੰਦੇ ਅਸੀਂ ਦੁਪਹਿਰ ਦੇ ਖਾਣਾ ਖਾਣ ਤੋਂ ਪਹਿਲੇ ਅੱਧੀ ਗੋਲੀ ਖਾ ਲੈਣੇ। 12 ਵਜੇ ਸਪੋਜ਼ ਖਾਣਾ, ਦਿਨ 'ਚ ਇੱਕੋ ਟਾਈਮ ਖਾਣਗੇ, ਇੱਕੋ ਟਾਈਮ ਅੱਧੀ ਗੋਲੀ, ਦੈਟਸ ਇਟ। ਫਿਰ ਉਹੀ ਗੋਲੀ ਜਿਹੜੀ 6 ਘੰਟੇ ਤੱਕ ਕੰਟਰੋਲ ਕਰ ਰਹੀ ਸੀ, ਉਹੀ ਗੋਲੀ ਹੁਣ 24 ਘੰਟੇ ਕੰਟਰੋਲ ਕਰ ਰਹੀ ਅੱਧੀ। ਬਹੁਤ ਇੱਕ ਦਿਨ 'ਚ ਇੱਕ ਪੂਰੀ ਗੋਲੀ ਵੀ ਲੈਂਦੇ ਆ? ਸਿਰਫ ਇੱਕ ਗੋਲੀ ਲੈਣੀ ਪਰ ਪੂਰੀ ਲੈਣੀ ਨਹੀਂ, ਉਹ ਅੱਧੀ ਤੇ ਆ ਗਏ। ਅੱਛਾ, ਅੱਧੀ ਤੇ ਆ ਗਿਆ। ਫਿਰ ਅੱਧੀ ਤੋਂ ਅੱਗੇ ਇੱਕ ਦਿਨ ਛੱਡ ਕੇ ਤੇ ਵੀ ਆ ਸਕਦੇ ਹੋ ਤੁਸੀਂ। ਜਿਹੜਾ ਪੂਰੀ ਗੋਲੀ ਤੇ ਆਇਆ ਸੀ ਉਹਨੂੰ ਤੁਸੀਂ ਅੱਧੀਆਂ ਕਰਕੇ 2 'ਚ ਵੰਡਤਾ। 2 ਕਰਤੀਆਂ। ਪੂਰੀ ਇੱਕ ਟਾਈਮ ਨਹੀਂ ਲਈ, ਪੂਰੀ ਤੇ ਕਾਬਲ ਨਹੀਂ ਰਿਹਾ। 12 ਘੰਟੇ ਦੇ ਸਰਕਲ ਤੇ ਅੱਧੀਆਂ 2 ਕਰਤੀਆਂ। ਉਹ ਜਦੋਂ ਪੂਰੀ ਲੈਂਦਾ ਨਾ, ਉਹਨੂੰ ਤੇ ਬਹੁਤ ਡਾਊਨ ਹੋ ਜਾਂਦੀ ਸ਼ੂਗਰ। ਇਸ ਲਈ ਉਹਦੀਆਂ ਅੱਧੀ ਕਰਤੀ ਤਾਂ ਕਿ ਬੀਟਾ ਸੈਲਸ ਨੂੰ ਦਵਾਈ ਪਹੁੰਚਦੀ ਰਹੇ। ਡਾਕਟਰ ਸਾਹਿਬ, ਇੱਥੇ ਕਈ ਲੋਕ ਗਲਤੀ ਇਹ ਕਰਦੇ, ਜਿਵੇਂ ਤੁਸੀਂ ਦੱਸਿਆ ਵੀ ਜਦੋਂ ਅੱਧੀ ਘਟੀ ਉਦੋਂ ਜਦੋਂ ਹੱਥ ਕੰਬੇ ਉਦੋਂ ਅੱਧੀ ਪਿਛਲੀ ਗੋਲੀ ਲੈ ਲਈ, ਪਰ ਬਹੁਤ ਲੋਕ ਉਦੋਂ ਉੱਥੇ ਫਿਰ ਕੁਝ ਮਿੱਠਾ ਖਾ ਲੈਂਦੇ ਆ। ਹਾਂ, ਇਹ ਗਲਤੀ ਬਹੁਤ ਕਾਮਨਲੀ ਕਰਦੇ ਵੀ ਯਾਰ ਸ਼ੂਗਰ ਘਟ ਗਈ, ਹੁਣ ਮਰਨਾ ਥੋੜਾ ਜਿਹਾ, 10 ਪੀਏ ਹੋ ਗਿਆ, ਉਹ ਹੋ ਗਿਆ। ਹੁਣ ਉਹਨਾਂ ਨੂੰ ਕਿਵੇਂ ਰੋਕਦੇ ਹੋ, ਜਾਂ ਉਹਨਾਂ ਨੂੰ ਕੀ ਫਿਰ ਦੱਸਦੇ ਹੋ ਵੀ ਇਹ ਗਲਤੀ ਕਿੰਨੀ ਕੁ ਭਾਰੀ ਪੈ ਸਕਦੀ ਹੈ? ਇਹ ਗਲਤੀ ਭਾਰੀ ਇਸ ਤਰ੍ਹਾਂ ਪੈ ਸਕਦੀ ਹੈ ਕਿ ਜਿਹੜੀ ਚੀਨੀ ਵਾਲੀ ਕੋਈ ਵੀ ਚੀਜ਼ ਹੈ ਜਿਹਦੇ 'ਚ ਚੀਨੀ ਪਈ ਹੈ, ਜਿਵੇਂ ਖੀਰ ਹੈ, ਮਠਾਈ ਹੈ, ਪੁਡਿੰਗ ਹੈ, ਜਾਂ ਜਿਹਦੇ 'ਚ ਵੀ ਤੁਸੀਂ ਚੀਨੀ ਪਾ ਕੇ ਬਣਾਈ ਹੈ, ਵਾਈਟ ਸ਼ੂਗਰ ਪਾ ਕੇ ਬਣਾਈ ਹੈ, ਉਹਦੇ 'ਚ ਤੁਹਾਨੂੰ ਉਹਦਾ ਬ੍ਰੇਕ ਡਾਊਨ ਕਰਕੇ ਦੱਸਿਆ ਸੀ ਕਿ ਉਹਦੇ 'ਚ ਚੂਨੇ ਨਾਲ ਉਹਨੂੰ ਸਾਫ਼ ਕੀਤਾ ਜਾਂਦਾ, ਮੋਲੈਸਸ ਨੂੰ। ਜਿਹੜੀ ਉੱਤੇ ਰਾਬ ਹੁੰਦੀ ਹੈ, ਜਿਹੜਾ ਉਹਦੇ 'ਤੇ ਮੈਲ ਹੁੰਦੀ ਹੈ, ਉਹ ਚੂਨਾ ਪਾ ਕੇ ਸਾਫ਼ ਕੀਤਾ ਜਾਂਦਾ। ਅਤੇ ਮੈਨੂੰ ਪਤਾ, ਮੈਂ ਇੱਕ ਸ਼ੂਗਰ ਮਿਲ 'ਤੇ ਮੇਰੀ ਪੋਸਟਿੰਗ ਸੀ ਗਵਰਨਮੈਂਟ ਡਿਪਾਰਟਮੈਂਟ ਵੱਲੋਂ। ਉਹ ਉੱਥੇ ਰੋਜ਼ਾਨਾ ਇੱਕ ਚੂਨੇ ਦਾ ਟਰੱਕ ਆਉਂਦਾ ਸੀ, ਐਵਰੀ ਡੇ। ਕਿੰਨਾ ਚੂਨਾ ਪੈਂਦਾ ਹੋਣਾ ਉਹਦੇ 'ਚ ਉਹਨੂੰ ਸਾਫ਼ ਕਰਨ ਲਈ। ਉਹਦੇ 'ਚ ਕੈਲਸ਼ੀਅਮ ਕਾਰਬੋਨੇਟਸ ਹੁੰਦੇ ਨੇ, ਅਤੇ ਕਾਰਬੋਨੇਟਸ ਸਾਰੇ ਬੀਟਾ ਸੈੱਲ ਦੇ ਦੁਸ਼ਮਣ ਨੇ। ਜ਼ਿੰਥੋਰੋਨਿਕ ਐਸਿਡ ਬਣਾਉਂਦੇ ਨੇ, ਉਹ ਜ਼ਿੰਥੋਰੋਨਿਕ ਐਸਿਡ ਬੀਟਾ ਸੈੱਲ ਨੂੰ ਕਿਲ ਕਰਦੇ ਨੇ, ਜਾ ਕੇ ਪੈਨਕ੍ਰੀਆਸ ਨੂੰ ਮਾਰਦੇ ਨੇ। ਉਹ ਫਿਰ ਵਾਪਸ ਰਿਵਰਸ ਹੋਣਾ ਸ਼ੁਰੂ ਹੋ ਜਾਏਗਾ ਜਿਹੜਾ ਬੰਦਾ ਮਿੱਠਾ ਖਾਏਗਾ। ਉਹ ਜਿਹੜੇ ਸਪੋਜ਼ ਉਹਦੇ 1 ਮਿਲੀਅਨ ਬੀਟਾ ਸੈੱਲ ਰਿਕਵਰ ਹੋਏ ਸੀਗੇ, ਉਹ ਫਿਰ 750 ਰਹਿ ਜਾਣਗੇ, 7,50,000 ਰਹਿ ਜਾਣਗੇ, ਉਹ ਫਿਰ 0.5 ਮਿਲੀਅਨ ਹੋ ਜਾਣਗੇ, ਫਿਰ
2.5 ਲੱਖ ਤੇ ਆ ਜਾਣਗੇ, ਫਿਰ ਥੱਲੇ ਆ ਜਾਣਗੇ। ਉਹੀ ਚੀਜ਼ ਤਾਂ ਆਪਾਂ ਰਿਕਵਰ ਕਰ ਰਹੇ ਹਾਂ। ਜੇ ਤੁਸੀਂ ਉੱਥੇ ਹੀ ਵਾਪਸ ਜਾਣਾ ਹੈ ਤੇ ਚੀਨੀ ਖਾਓ, ਤੇ ਜੇ ਉੱਥੇ ਵਾਪਸ ਨਹੀਂ ਜਾਣਾ ਫਿਰ ਚੀਨੀ ਤੋਂ ਬਚ ਕੇ ਗੁੜ ਸ਼ੱਕਰ ਖਾਓ। ਮਠਿਆਈ ਵਗੈਰਾ ਜਿਹੜੀ ਚੀਨੀ ਸਿਰਫ ਜਿਹਦੇ ਚ ਵੀ ਚੀਨੀ ਆ, ਉਹ ਮੈਨੂੰ ਨਹੀਂ ਪਤਾ ਕਿ ਹੁਣ ਉਹ ਮਠਾਈ ਚ ਇਕੱਲੇ ਚ ਜਾਂ ਬਿਸਕਟ ਚ, ਰਸਾਂ ਚ ਰਸ ਖਾਣੇ ਆਪਾਂ, ਜਿਹੜੇ ਰਸ ਖਾਓਗੇ ਇਮੀਡੀਏਟ ਸ਼ੂਗਰ ਵਧੇਗੀ। ਡਬਲ ਰੋਟੀ ਉਹਦੇ ਪਿੱਛੇ ਲਿਖਿਆ ਇਨਗਰੀਡੀਐਂਟਸ ਪੜ੍ਹ ਲਓ, ਉਹਦੇ ਵਿੱਚ ਲਿਖਿਆ ਹੁੰਦਾ ਸ਼ੂਗਰ ਕਿੰਨੇ। ਸਮ ਟਾਈਮ ਉਹਦਾ ਬਣਨ ਦਾ ਤਰੀਕਾ ਐਸਾ ਹੁੰਦਾ ਹੈ ਕਿ ਸ਼ੂਗਰ ਨਹੀਂ ਵੀ ਹੈ ਤੇ ਉਹਦੇ ਇਨਗਰੀਡੀਐਂਟਸ ਡੇਂਜਰਸ ਹੈ ਤੁਹਾਡੇ ਬੀਟਾ ਸੈੱਲ ਲਈ। ਕਾਰਬੋਨੇਟਸ ਹੁੰਦੇ ਸਮ ਟਾਈਮ ਉਹਦੇ ਚ। ਜਿਵੇਂ ਹੁਣ ਮੈਂ ਦੱਸ ਰਿਹਾ ਕਿ ਰਸ ਨਹੀਂ ਖਾਣੇ, ਰਸ ਖਾਣ ਨਾਲ ਸ਼ੂਗਰ ਵੱਧਦੀ ਹੈ। ਅੱਛਾ, ਜਿਹੜਾ ਵੀ ਰਸ ਖਾਂਦਾ ਬੰਦਾ, ਡਬਲ ਰੋਟੀ ਨਹੀਂ ਖਾਣੀ, ਉਹਦੇ ਬਜਾਏ ਘਰ ਪਰਾਠਾ ਬਣਾ ਕੇ ਖਾਓ, ਦੇਸੀ ਘਿਓ ਦਾ ਪਰਾਠਾ ਬਣਾਓ। ਮੈਂ ਰੋਜ਼ ਪਰਾਠੇ ਖਾਣਾ, ਕੁਛ ਨਹੀਂ ਹੁੰਦਾ। ਤੁਸੀਂ ਉਹੋ ਹੀ ਰੋਜ਼ਾਨਾ ਬ੍ਰੈਡ ਖਾਣੀ ਸ਼ੁਰੂ ਕਰ ਦਿਓ, ਰਸ ਖਾਣੇ ਸ਼ੁਰੂ ਕਰ ਦਿਓ, ਤੁਹਾਡਾ ਅੰਦਰੋਂ ਸਿਸਟਮ ਖਰਾਬ ਹੋਣਾ ਸ਼ੁਰੂ ਹੋ ਜਾਏਗਾ। ਅੱਛਾ, ਬਚੋ ਜਿੰਨਾ ਬਾਹਰ ਦੀਆਂ ਚੀਜ਼ਾਂ ਤੋਂ ਬਚ ਸਕਦੇ ਹੋ। ਇਸ ਤੋਂ ਅਗਲੀ ਸਟੇਜ ਵੀ ਹੈ, ਤੁਸੀਂ ਕੋਈ ਹੁਣ ਮਿੱਠਾ ਨਹੀਂ ਖਾਣਾ, ਖਜੂਰ ਖਾਣੀ ਹੈ ਜਦੋਂ ਸ਼ੂਗਰ ਘਟੇ ਤੁਹਾਡੀ, 1 ਜਾਂ 2, ਦੈਟਸ ਇਟ। ਤਾਂ 2 ਗਲਾਸ ਪਾਣੀ ਪੀਓ, 2 ਖਜੂਰ ਖਾਓ, 10 ਮਿੰਟ ਲੱਗਣਗੇ। ਖਜੂਰ ਅਵੇਲੇਬਲ ਨਹੀਂ ਹੈਗੀ ਫਿਰ ਕੀ ਅਲਟਰਨੇਟ ਆ? ਚਾय ਪੀਓ, 2 ਗਲਾਸ ਪਾਣੀ ਪੀਓ। ਟੁਰੇ ਜਾਂਦੇ ਕਿ ਤੋ ਚਾय ਦਾ ਕੱਪ ਲੈ ਲਓ ਬਗੈਰ ਚੀਨੀ ਤੋਂ, 2 ਗਲਾਸ ਪਾਣੀ ਪੀਓ, 15 ਮਿੰਟ ਲੱਗਣਗੇ, ਘਟ ਜਾਏਗੀ। ਖਾਣੇ ਦਾ ਟਾਈਮ ਹੈ ਤੇ ਰੋਕ ਕੇ ਬ੍ਰੇਕ ਲਾ ਕੇ ਖਾਣਾ ਖਾ ਲਓ। ਅੱਛਾ, ਜੇ ਤੁਹਾਡਾ ਖਾਣੇ ਦਾ ਟਾਈਮ ਨਹੀਂ ਹੈ, ਤੁਸੀਂ ਆਲਰੇਡੀ ਖਾ ਚੁੱਕੇ ਹੋ, ਸ਼ੂਗਰ ਘਟ ਰਹੀ ਹੈ, ਤੇ ਫਿਰ ਤੁਸੀਂ ਚਾय ਪੀਓ ਤੇ 2 ਗਲਾਸ ਪਾਣੀ ਪੀਓ, ਤੇ ਜਿਹੜੀ ਪਿਛਲੀ ਗੋਲੀ ਉਹ ਤੋੜ ਕੇ ਉਹਨੂੰ ਅੱਜ ਤੋਂ ਔਨਵਰਡ ਅੱਧੀ ਕਰਨਾ ਸ਼ੁਰੂ ਕਰੋ। ਹੋਰ ਡਾਕਟਰ ਸਾਹਿਬ ਅਖੀਰ ਵਿੱਚ 1 ਮਿੰਟ ਹੈ, ਹੁਣ ਜਾਂਦੇ ਜਾਂਦੇ ਜ਼ਰੂਰ ਦੱਸ ਦਿਓ ਵੀ ਹੋਰ ਦਵਾਈਆਂ ਦੀ ਜਿਹੜੀ ਤੁਸੀਂ ਸਾਰੀ ਕਿਰਿਆ ਦੱਸੀ ਆ, ਇਹਦੇ ਵਿੱਚ ਕਾਮਨ ਗਲਤੀਆਂ ਕੀ ਆ ਜਿਹੜੇ ਲੋਕ ਕਰਦੇ ਆ, ਜਿਹੜੀਆਂ ਕਾਮਨਲੀ ਤੁਹਾਡੇ ਕੋਲ ਸ਼ਿਕਾਇਤਾਂ ਆਉਂਦੀਆਂ? ਇੱਕ ਤਾਂ ਮੇਨ ਆਈ ਜਿਹੜੀ ਤੁਸੀਂ ਦੱਸੀ ਸੀਗੀ। ਦੂਸਰੀ ਉਹ ਗਲਤੀ ਕਰਦੇ ਜਦੋਂ ਉਹਨਾਂ ਨੂੰ ਕਹਿੰਦੇ ਆ ਨਾ 3 ਗੋਲੀਆਂ ਖਾਣੀਆਂ 8-8 ਘੰਟੇ ਤੇ, ਉਹ ਕੀ ਕਰਦੇ, ਇੱਕ ਸਵੇਰ ਖਾ ਲਈ, ਇੱਕ ਦੁਪਹਿਰੇ ਖਾ ਲਈ, ਇੱਕ ਸ਼ਾਮ ਨੂੰ ਖਾ ਲਈ। ਅੱਛਾ, ਸਵੇਰ ਦੁਪਹਿਰ ਤੇ ਸ਼ਾਮ ਦਾ ਵਕਫਾ ਰਹਿ ਗਿਆ 5-5 ਘੰਟੇ, ਤੇ ਰਾਤ ਦਾ ਵਕਫਾ ਹੋ ਗਿਆ 14 ਘੰਟੇ 12 ਘੰਟੇ ਸਵੇਰ ਵਾਲੀ ਦਾ। ਉਹ ਫਿਰ ਬੀਟਾ ਸੈਲਸ ਤੇ ਪ੍ਰੈਸ਼ਰ ਪੈਂਦਾ ਤੇ ਉਹ ਫਿਰ ਬ੍ਰੇਕ ਡਾਊਨ ਹੁੰਦੇ ਨੇ। ਤੇ ਉਹ ਪ੍ਰੈਸ਼ਰ ਨਹੀਂ ਉਹਨਾਂ ਤੇ ਪਾਣਾ, ਹਾਲੇ ਉਹ ਬਿਮਾਰ ਨੇ। ਇੱਕ ਬੰਦਾ ਬਿਮਾਰ ਹਸਪਤਾਲੋਂ ਉੱਠ ਕੇ ਆਂਦਾ, ਆਪਾਂ ਨੂੰ ਕਹਿੰਦੇ ਨੇ ਕਿ ਆਰਾਮ ਕਰ, ਤੂੰ ਆਰਾਮ ਕਰ, ਤੂੰ ਜ਼ਿਆਦਾ ਕੰਮ ਨਾ ਕਰ। ਉਹ ਬੀਟਾ ਸੈੱਲ ਹਲੇ ਤਾਜ਼ਾ ਵਿਚਾਰੇ ਹਸਪੀਟਲਸ ਚੋਂ ਬਾਹਰ ਆਏ ਨੇ, ਤੇ ਤੁਸੀਂ ਉਹਨਾਂ ਨੂੰ ਫਿਰ ਪ੍ਰੈਸ਼ਰ ਪਾਣਾ ਸ਼ੁਰੂ ਕਰਤਾ ਰਾਤ ਦੇ 12 ਘੰਟਿਆਂ ਦਾ। ਦਿਨ ਨੂੰ ਤੁਸੀਂ ਠੀਕ ਡੋਜ਼ ਦੇ ਰਹੇ ਹੋ, ਬਲਕਿ ਓਵਰ ਦੇ ਰਹੇ ਹੋ, ਰਾਤ ਨੂੰ ਤੁਸੀਂ ਟਾਈਮ ਵਧਾਤਾ। ਉਹਨੂੰ ਇਕੁਅਲ ਵਕਫਿਆਂ 'ਚ ਕਰਨਾ, ਇਕੁਅਲ ਟਾਈਮ ਉਹਦਾ ਕਰਨਾ। ਅਗਰ ਤੁਸੀਂ ਸਵੇਰ 4 ਗੋਲੀਆਂ ਖਾਣੀਆਂ ਤੇ 6-6 ਘੰਟੇ ਤੇ, 3 ਖਾਣੀਆਂ ਤੇ 8-8 ਘੰਟੇ ਫਿਕਸ, ਔਰ ਅਗਰ 2 ਖਾਣੀਆਂ ਤੇ 12-12 ਘੰਟੇ ਤੇ ਓਕੇ ਫਿਕਸ। ਮੇਰੇ ਖਿਆਲ ਡਾਕਟਰ ਸਾਹਿਬ ਇਹ ਫਾਰਮੂਲਾ ਤਕਰੀਬਨ ਤੁਸੀਂ ਜਿਹੜੀ ਮਰਜ਼ੀ ਦਵਾਈ ਲੈ ਰਹੇ ਹੋ ਹਰ ਇੱਕ ਤੇ ਅਪਲਾਈ ਹੁੰਦਾ। ਹਰ ਇੱਕ ਤੇ ਅਪਲਾਈ ਹੁੰਦਾ। ਜੇ ਉਹ ਡਿਸਪਲਿਨ 'ਚ ਰਹਿ ਕੇ ਨਹੀਂ ਖਾਦੀ ਤੇ ਫਿਰ ਸ਼ਾਇਦ ਉਹ ਖਾਣ ਦਾ ਫਾਇਦਾ ਕੋਈ ਨਹੀਂ। ਉਹਨਾਂ ਦਵਾਈਆਂ 'ਚ ਵੀ ਇੱਕ ਗਲਤੀ ਲੋਕ ਕਰ ਰਹੇ ਹੁੰਦੇ ਨੇ, 2 ਮੈਟਫੋਰਮਨ ਸਵੇਰ ਖਾ ਰਹੇ ਹੁੰਦੇ ਨੇ, 2 ਸ਼ਾਮ ਖਾ ਰਹੇ ਹੁੰਦੇ ਨੇ। ਉਹਨਾਂ ਨੂੰ ਚਾਹੀਦਾ ਉਹ 6-6 ਘੰਟੇ ਬਾਅਦ ਖਾ ਲਓ ਤੁਸੀਂ, 5-5 4-4 ਘੰਟੇ ਤੇ ਰੱਖ ਲਓ। ਜਿਹੜੀ ਇੱਕ ਐਕਸਟਰਾ ਦੂਸਰੀ ਗੋਲੀ ਖਾ ਰਹੇ ਹੋ ਉਹਨੂੰ ਵੀ ਵਿੱਚ ਐਡ ਕਰ ਲਓ, ਉਹੀ ਉਹ ਅਸਰ ਉਹਦਾ ਪੱਕਾ ਹੋ ਜਾਏਗਾ। ਤੁਸੀਂ 2 ਇਕੱਠੀਆਂ ਖਾ ਲਈਆਂ ਯਕਦਮ ਸ਼ੂਗਰ ਲੋ ਹੀ, ਥੋੜੇ ਟਾਈਮ ਬਾਅਦ ਉਹ ਫਿਰ ਹਾਈ ਹੋਣਾ ਸ਼ੁਰੂ ਹੋ ਜਾਂਦੀ ਹੈ। ਉਦੋਂ ਤੁਸੀਂ ਕੁਝ ਖਾਂਦੇ ਨਹੀਂ, ਤੁਸੀਂ ਉਹ ਸ਼ਾਮ ਨੂੰ ਜਾ ਕੇ ਖਾਣੀ ਹੈ। ਉਦੋਂ ਤੋਂ ਲੈ ਕੇ ਸ਼ਾਮ ਤੱਕ ਤੁਹਾਡੀ ਸ਼ੂਗਰ ਫਿਰ ਹਾਈ ਹੋ ਜਾਏਗੀ। ਉਹ ਜਿੱਥੇ 2 ਕਦਮ ਅੱਗੇ ਤੇ 2 ਕਦਮ ਪਿੱਛੇ, ਉਹ ਇੰਜ ਹੀ ਚੱਲਦੇ ਰਹਿੰਦੇ ਨੇ ਸਾਰੀ ਉਮਰ। ਕੁੱਲ ਮਿਲਾ ਕੇ ਆਪ ਡਾਕਟਰੀ ਛੱਡਣੀ ਪੈਣੀ ਹੈ ਤੇ ਡਾਕਟਰ ਨੂੰ ਸੁਣਨਾ ਪੈਣਾ। ਤੁਹਾਡਾ ਬਹੁਤ ਧੰਨਵਾਦ ਡਾਕਟਰ ਸਾਹਿਬ, ਅੱਜ ਲਈ ਸਮਾਂ ਸਮਾਪਤ ਹੋ ਗਿਆ ਜੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ, ਸ਼ੁਕਰੀਆ। ਸੋ ਇਹ ਸਨ ਡਾਕਟਰ ਮੁਰਤਜ਼ਾ ਸਾਡੇ ਨਾਲ, ਤੇ ਬਾਕੀ ਜੇ ਕੋਈ ਤੁਹਾਡਾ ਸਵਾਲ ਜਵਾਬ ਹੈ ਤੁਸੀਂ ਇਹਨਾਂ ਦੇ ਨੰਬਰਾਂ ਦੇ ਉੱਤੇ ਘੰਟੀ ਖੜਕਾ ਕੇ ਤੇ ਗੱਲਬਾਤ ਕਰ ਸਕਦੇ ਹੋ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।